हेलो एवरीवन, वेलकम यू ऑल इन योर ओन चैनल लर्न एवरीथिंग। सो ਆਪਾਂ ਕਰ ਰਹੇ ਸੀ ਲక్ష్ਮੀਕਾਂਤ ਦੀ ਬੁੱਕ ਫॉर द ਪੋਲਿਟੀ, ਜਿਹਦੇ ਵਿੱਚ ਮੈਂ ਤੁਹਾਨੂੰ ਆਲਰੇਡੀ ਰਾਜ ਸਭਾ ਬਾਰੇ ਕਾਫੀ ਕੁਝ ਦੱਸ ਚੁੱਕੀ ਹਾਂ। ਠੀਕ ਹੈ, ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਇਹ ਬੁੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਲਈ ਪੋਲਿਟੀ ਦਾ ਪੋਰਸ਼ਨ ਕਵਰ ਕਰਨ ਦੇ ਲਈ। ਪਲੱਸ ਮੈਂ ਨਾਲ MCQs ਵੀ ਲੂਸੈਂਟ ਦੇ ਕਰਵਾ ਰਹੀ ਹਾਂ। ਠੀਕ ਹੈ, ਹਰ ਤਰ੍ਹਾਂ ਦੇ ਐਗਜ਼ਾਮ ਲਾਈਕ ਕੋਈ ਵੀ ਕੰਪੀਟੀਟਿਵ ਐਗਜ਼ਾਮ ਲਾਈਕ NDA, UPSC, PPSC ਐਂਡ ਆਰਮੀ ਦੇ ਜਿਹੜੇ ਪੇਪਰ ਹੁੰਦੇ ਆ, SSC, ਮਾਸਟਰ ਕੇਡਰ SST ਦੇ ਵਾਲਿਆਂ ਲਈ ਵੀ ਇੰਪੋਰਟੈਂਟ ਹੈ ਕਿਉਂਕਿ ਉਹਦੇ ਵਿੱਚ ਵੀ ਪੋਲਿਟੀ ਕਾਫੀ ਕਵਰ ਹੁੰਦੀ ਹੈਗੀ ਆ। ਐਂਡ ETT ਸੈਕਿੰਡ ਪੇਪਰ, ਇਹ ਸਾਰਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕੋਈ ਵੀ ਐਗਜ਼ਾਮ ਜਿਹੜਾ ਹੁੰਦਾ ਹੈ। ਸੋ ਅਸੀਂ ਰਾਜ ਸਭਾ ਕਰ ਰਹੇ ਸੀ, ਉਹਦੇ ਵਿੱਚ ਨੈਕਸਟ ਆਪਾਂ ਦੇਖਾਂਗੇ ਮੈਂਬਰਸ਼ਿਪ ਆਫ ਪਾਰਲੀਮੈਂਟ। ਮਤਲਬ ਤੁਸੀਂ MP ਬਣਨਾ, ਲੈਟਸ ਸੇ ਯੂ ਵਾਂਟ ਟੂ ਬੀ ਦ ਮੈਂਬਰ ਆਫ ਪਾਰਲੀਮੈਂਟ। ਓਕੇ, MP ਜਿਹਨਾਂ ਨੂੰ ਆਪਾਂ ਬੋਲ ਦਿੰਦੇ ਹਾਂ ਮੈਂਬਰ ਆਫ ਪਾਰਲੀਮੈਂਟ। ਹੁਣ ਉਹ ਲੋਕ ਸਭਾ 'ਚ ਵੀ ਹੋ ਸਕਦੇ ਆ, ਦੈਟ ਇਜ਼ ਆਲਸੋ ਫਰੋਮ ਰਾਜ ਸਭਾ। ਲੋਕ ਸਭਾ ਜਾਂ ਰਾਜ ਸਭਾ ਦੇ ਮੈਂਬਰ ਬਣਨ ਲਈ ਤੁਹਾਨੂੰ ਕੀ ਕੁਆਲੀਫਿਕੇਸ਼ਨ ਚਾਹੀਦੀ ਹੈ? ਜਿੱਦਾਂ ਕੋਈ ਤੁਸੀਂ ਪੇਪਰ ਭਰਨ ਜਾਂਦੇ ਹੋ ਨਾ, ਐਗਜ਼ਾਮ ਕੋਈ ਆਉਂਦਾ ਤਾਂ ਉਹਦੇ ਲਈ ਕੁਛ ਕੁਆਲੀਫਿਕੇਸ਼ਨਸ ਚਾਹੀਦੀਆਂ ਹੁੰਦੀਆਂ ਨਾ। ਲਾਈਕ ਇਹਦੀ ਮੈਂਬਰ ਆਫ ਪਾਰਲੀਮੈਂਟ ਬਣਨ ਲਈ ਵੀ ਤੁਹਾਨੂੰ ਕੁਛ ਨਾ ਕੁਛ ਕੀ ਕੁਆਲੀਫਿਕੇਸ਼ਨ ਚਾਹੀਦੀਆਂ। ਅਸੀਂ ਇਸ ਵੀਡੀਓ ਵਿੱਚ ਸਿਰਫ ਉਸ ਬਾਰੇ ਦੇਖਾਂਗੇ। ਕਲੀਅਰ? ਸੋ ਹੁਣ ਸ਼ੁਰੂ ਕਰਦੇ ਹਾਂ। The constitution lay down the following qualification for the person to be chosen as a member of parliament. So ਸਾਡੇ ਸੰਵਿਧਾਨ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਹੈਗੀਆਂ ਨੀਚੇ ਵਾਲੀਆਂ ਕੁਛ ਕੁ ਕੁਆਲੀਫਿਕੇਸ਼ਨਸ ਆ ਜਿਹੜੀਆਂ ਰਿਟਨ ਹੈਗੀਆਂ ਆ ਮੈਂਬਰ ਨੂੰ ਪਾਰਲੀਮੈਂਟ ਦਾ ਮੈਂਬਰ ਚੂਜ਼ ਕਰਨ ਲਈ। ਫਰਸਟ, ਹੀ ਮਸਟ ਬੀ ਦ ਸਿਟੀਜ਼ਨ ਆਫ ਇੰਡੀਆ, ਉਹ ਭਾਰਤ ਦਾ ਨਾਗਰਿਕ ਹੋਵੇ। ਪਹਿਲੀ ਗੱਲ, ਹੀ ਮਸਟ ਬੀ ਸਿਟੀਜ਼ਨ ਆਫ ਇੰਡੀਆ, ਦੈਟ ਮੀਨਸ ਉਹ ਭਾਰਤ ਦਾ। ਸੈਕਿੰਡ ਪੁਆਇੰਟ ਇਹਦੇ ਵਿੱਚ ਹੈਗਾ ਕਿ ਹੀ ਮਸਟ ਮੇਕ ਐਂਡ ਸਬਸਕ੍ਰਾਈਬ ਟੂ auth and affirmation before the person authorized by election commission for this purpose। ਮਤਲਬ ਕਿ ਉਹ ਸਬਸਕ੍ਰਾਈਬ ਕਰੇ ਟੂ ਐਨ auth ਹੁੰਦੀ ਕੋਈ ਸਹੁੰ ਚੱਕਣੀ ਹੈ ਨਾ, ਜਿੱਦਾਂ ਐਫਰਮੇਸ਼ਨਸ ਬੋਲਣੀਆਂ ਕੁਛ ਉਹਦੇ ਵਿੱਚ ਬੋਲਿਆ ਜਾਂਦੀਆਂ। ਸੋ ਉਹ ਕਰੇਗਾ ਉਹ ਬਿਫੋਰ ਦਾ ਪਰਸਨ ਆਥੋਰਾਈਜ਼ਡ ਬਾਈ ਇਲੈਕਸ਼ਨ ਕਮਿਸ਼ਨ। ਕਿਸ ਪਰਸਨ ਦੇ ਸਾਹਮਣੇ? ਜਿਹਨੂੰ ਇਲੈਕਸ਼ਨ ਕਮਿਸ਼ਨ ਆਥੋਰਾਈਜ਼ ਕਰੇਗਾ। ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਕਿ ਇਲੈਕਸ਼ਨ ਕਮਿਸ਼ਨ ਜਿਸ ਬੰਦੇ ਨੂੰ ਆਥੋਰਾਈਜ਼ ਕਰਦਾ ਉਹਦੇ ਸਾਹਮਣੇ ਇਹ ਜਿਹੜੇ MPs ਹੈਗੇ ਨੇ ਉਹ ਸਹੁੰ ਚੱਕਣਗੇ। ਤਾਂ ਉਹਦੇ ਵਿੱਚ ਕੀ ਐਫਰਮੇਸ਼ਨਸ ਹੋਣਗੀਆਂ? ਫਸਟ ਕੀ ਹੈ? ਟੂ ਬੀਅਰ ਦ ਟਰੂ ਫੇਥ, ਸੱਚਾ ਫੇਥ ਐਂਡ ਐਲੀਗੈਂਸ ਟੂ ਦ ਕੌਨਸਟੀਟਿਊਸ਼ਨ ਆਫ ਇੰਡੀਆ, ਮਤਲਬ ਉਹਨਾਂ ਦਾ ਟਰੂ ਫੇਥ ਅਤੇ ਐਲੀਗੈਂਸ ਹੋਣੀ ਚਾਹੀਦੀ ਆਪਣੇ ਸੰਵਿਧਾਨ ਦੇ ਪ੍ਰਤੀ। ਦੂਸਰਾ, ਟੂ ਅਪਹੋਲਡ ਦਾ ਸੋਵਰਨਿਟੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਮਤਲਬ ਕਿ ਆਪਣੀ ਔਨ ਗਵਰਨਮੈਂਟ। ਠੀਕ ਹੈ, ਐਂਡ ਇੰਟੀਗ੍ਰਿਟੀ ਮਤਲਬ ਅਸੀਂ ਇਹਦੇ ਵਿੱਚ ਕਹਿ ਸਕਦੇ ਸਾਡੇ ਕੋਲ ਸੋਵਰਨਿਟੀ ਦੇ ਵਿੱਚ ਕਿ ਸਾਡੇ ਕੋਲ ਆਪਣੀ ਗਵਰਨਮੈਂਟ, ਅਸੀਂ ਕਿਸੇ ਦੇ ਅੰਡਰ ਨਹੀਂ ਹੈਗੇ। ਠੀਕ ਹੈ, ਇੰਟੀਗ੍ਰਿਟੀ ਸਾਡੇ ਸੰਵਿਧਾਨ ਦੇ ਵਿੱਚ ਸਾਨੂੰ ਇੰਟੀਗ੍ਰਿਟੀ ਮਤਲਬ ਕਿ ਅਖੰਡਤਾ, ਜਿਹੜੀਆਂ ਇੰਡੀਆ ਇੱਕ ਅਖੰਡ ਭਾਰਤ ਕਹਿ ਸਕਦੇ ਆਪਾਂ। ਠੀਕ ਹੈ, ਡਿਵਾਈਡ ਨਹੀਂ ਕੀਤਾ ਹੋਇਆ ਇਹਨੂੰ ਆਪਾਂ ਇੱਦਾਂ। ਠੀਕ ਹੈ, ਸੋ ਅਪਹੋਲਡ ਦਾ ਸੋਵਰਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ, ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਣਾ। ਠੀਕ ਹੈ, ਮਤਲਬ ਸਾਰਿਆਂ ਨੇ ਇੰਟੀਗ੍ਰੇਟ ਰਹਿਣਾ, ਇਕੱਠੇ ਰਹਿਣਾ ਹੈ, ਸਮਝ ਗਏ? ਸੋ ਨੈਕਸਟ ਹੈਗਾ ਆ ਹੀ ਮਸਟ ਨਾਟ ਬੀ ਲੈਸ ਦੈਨ 30 ਈਅਰ, ਉਹ 30 ਸਾਲ ਤੋਂ ਘੱਟ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਏਜ ਫॉर द ਰਾਜ ਸਭਾ। ਜੇ ਤਾਂ ਰਾਜ ਸਭਾ ਲਈ ਹੈ ਉਹਨੇ ਮੈਂਬਰ ਬਣਨਾ ਹੈਗਾ ਤਾਂ ਉਹਦੀ ਏਜ 30 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਐਂਡ ਨॉट ਲੈਸ ਦੈਨ 25 ਈਅਰ ਆਫ ਏਜ ਇਨ ਕੇਸ ਆਫ ਲੋਕ ਸਭਾ, ਜੇ ਲੋਕ ਸਭਾ ਦਾ ਉਹਨੇ ਮੈਂਬਰ ਬਣਨਾ ਫਿਰ 25 ਤੋਂ ਘੱਟ ਨਹੀਂ ਹੋਣੀ ਚਾਹੀਦੀ। ਫੋਰਥ ਪੁਆਇੰਟ ਹੈਗਾ, ਬਹੁਤ ਇੰਪੋਰਟੈਂਟ ਪੁਆਇੰਟ ਹੈਗਾ, ਹੀ ਮਸਟ ਪੋਜੈਸ ਅਦਰ ਕੁਆਲੀਫਿਕੇਸ਼ਨ ਪ੍ਰਿਸਕ੍ਰਾਈਬਡ ਬਾਈ ਦਾ ਪਾਰਲੀਮੈਂਟ ਨੇ ਜਿਹੜੀਆਂ ਹੋਰ ਵੀ ਕੋਈ ਕੁਆਲੀਫਿਕੇਸ਼ਨਸ ਰੱਖਦੀਆਂ ਉਹ ਵੀ ਉਹਦੇ ਕੋਲ ਹੋਣੀਆਂ ਚਾਹੀਦੀਆਂ। ਠੀਕ ਹੈ, ਉਹ ਦੇਖਾਂਗੇ ਆਪਾਂ ਅੱਗੇ ਪਾਰਲੀਮੈਂਟ ਨੇ ਕਿਹੜੀਆਂ ਕੁਆਲੀਫਿਕੇਸ਼ਨਸ ਰੱਖੀਆਂ। ਸੋ ਪਹਿਲਾਂ ਉਹਨੇ ਕਿਹਾ ਉਹ ਸਿਟੀਜ਼ਨ ਹੋਣਾ ਚਾਹੀਦਾ, ਭਾਰਤ ਦਾ ਨਾਗਰਿਕ ਹੋਣਾ ਚਾਹੀਦਾ, ਉਹਨੇ ਸਹੁੰ ਵੀ ਚੱਕਣੀ ਹੈ ਜਿਹਦੇ ਵਿੱਚ ਇਹ 2 ਦੱਸੀਆਂ ਹੋਈਆਂ ਆ। ਠੀਕ ਹੈ, ਅੱਗੇ ਕਾਫੀ ਇਹ ਵਾਲੀਆਂ ਬਾਰ ਰਿਪੀਟ ਹੁੰਦੀਆਂ ਰਹਿਣਗੀਆਂ। ਸੋ ਪ੍ਰੈਜ਼ੀਡੈਂਟ ਵਗੈਰਾ ਹੋਰ ਵੀ ਚੈਪਟਰ ਪ੍ਰਾਈਮ ਮਿਨਿਸਟਰ ਕਰਾਂਗੇ ਉਹਨਾਂ ਵਿੱਚ ਵੀ ਆਉਣਗੀਆਂ। ਸੋ 30 ਸਾਲ ਤੋਂ ਉਮਰ ਉਹਦੀ ਘੱਟ ਨਹੀਂ ਹੋਣੀ ਚਾਹੀਦੀ ਰਾਜ ਸਭਾ ਦੇ ਮੈਂਬਰ ਬਣਨ ਲਈ, ਅਤੇ 25 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਲੋਕ ਸਭਾ ਦੇ ਮੈਂਬਰ ਬਣਨ ਲਈ। ਅਤੇ ਦੂਸਰਾ ਉਹਦੇ ਕੋਲ ਉਹ ਵੀ ਕੁਆਲੀਫਿਕੇਸ਼ਨ ਹੋਣੀਆਂ ਚਾਹੀਦੀਆਂ ਜਿਹੜੀਆਂ ਪਾਰਲੀਮੈਂਟ ਵੀ ਕਹੇਗਾ, ਉਹ ਵੀ ਕੁਆਲੀਫਿਕੇਸ਼ਨ ਉਹਦੇ ਕੋਲ ਹੋਣੀਆਂ ਚਾਹੀਦੀਆਂ। ਉਹ ਦੇਖਦੇ ਆਪਾਂ ਕਿਹੜੀਆਂ ਹੈਗੀਆਂ। ਸੋ ਦ ਪਾਰਲੀਮੈਂਟ ਹੈਜ਼ ਲੇ ਡਾਊਨ ਦ ਫੋਲੋਇੰਗ ਐਡੀਸ਼ਨਲ ਕੁਆਲੀਫਿਕੇਸ਼ਨ, ਕੁਛ ਅਲੱਗ ਤੋਂ ਕੁਆਲੀਫਿਕੇਸ਼ਨ ਜਿਹੜੀਆਂ ਪਾਰਲੀਮੈਂਟ ਨੇ ਵੀ ਰੱਖੀਆਂ। ਰੀਪ੍ਰੈਜ਼ੈਂਟੇਸ਼ਨ ਆਫ ਪੀਪਲ ਐਕਟ 1951, ਜਿਹਦੇ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਇਸ ਐਕਟ ਦੇ ਅੰਡਰ ਉਹਨੇ ਕੁਛ ਪਾਰਲੀਮੈਂਟ ਨੇ ਵੀ ਕੁਆਲੀਫਿਕੇਸ਼ਨ ਲਿਖੀਆਂ ਕਿ ਇਹ ਵਾਲੀ ਉੱਪਰ ਵਾਲੀਆਂ ਤਾਂ ਕੁਆਲੀਫਿਕੇਸ਼ਨ ਹੋਣੀਆਂ ਹੀ ਚਾਹੀਦੀਆਂ, ਪਰ ਉਹ 'ਚ ਬੋਲਿਆ ਗਿਆ ਸੀ ਨਾ ਕਿ ਉਹ ਬੰਦੇ ਕੋਲ ਉਹ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀਆਂ ਜਿਹੜੀਆਂ ਪ੍ਰਿਸਕ੍ਰਾਈਬਡ ਬਾਈ ਦਾ ਪਾਰਲੀਮੈਂਟ ਹੈ, ਜਿਹੜੀਆਂ ਪਾਰਲੀਮੈਂਟ ਪ੍ਰਿਸਕ੍ਰਾਈਬ ਕਰੇਗਾ ਨਾ ਜਿਹੜੀਆਂ ਕੁਆਲੀਫਿਕੇਸ਼ਨ, ਉਹ ਵੀ ਹੋਣੀਆਂ ਚਾਹੀਦੀਆਂ ਉਸ ਮੈਂਬਰ ਆਫ ਪਾਰਲੀਮੈਂਟ ਕੋਲ। ਕਿਹੜੀ ਹੈ? ਫਸਟ, ਹੀ ਮਸਟ ਬੀ ਰਜਿਸਟਰਡ, ਸਭ ਤੋਂ ਪਹਿਲਾਂ ਉਹਦਾ ਨਾਮ ਰਜਿਸਟਰਡ ਹੋਣਾ ਚਾਹੀਦਾ ਐਜ਼ ਐਨ ਇਲੈਕਟੋਰ ਫॉर द ਪਾਰਲੀਮੈਂਟਰੀ ਕੌਂਸਟੀਟਿਊਸ਼ਨ। ਉਹਦੇ ਲਈ ਉਹਦਾ ਇੱਕ ਪਹਿਲੇ ਦੇ ਕੋਲ ਰਜਿਸਟਰ ਹੋਣਾ ਚਾਹੀਦਾ ਐਜ਼ ਐਨ ਇਲੈਕਟੋਰ। ਦੂਸਰਾ, ਦਿਸ ਇਜ਼ ਸੇਮ ਇਨ ਕੇਸ ਆਫ ਬੋਥ ਰਾਜ ਸਭਾ ਅਤੇ ਲੋਕ ਸਭਾ ਦੋਨੋਂ ਲਈ ਰਹੇਗਾ। ਦ ਰਿਕਰੂਟਮੈਂਟ ਦੈਟ ਅ ਕੈਂਡੀਡੇਟ ਕੰਟੈਸਟਿੰਗ ਐਨ ਇਲੈਕਸ਼ਨ ਆਫ ਰਾਜ ਸਭਾ ਫਰੋਮ ਅ ਪਰਟੀਕੂਲਰ ਸਟੇਟ, ਦੇਖੋ ਜੇ ਉਹ ਕਿਸੇ ਪਰਟੀਕੂਲਰ ਸਟੇਟ ਤੋਂ ਆ ਰਿਹਾ, ਲਾਈਕ ਕਿਸੇ ਵੀ ਸਟੇਟ, ਪੰਜਾਬ ਤੋਂ ਹੀ ਕਹਿ ਸਕਦੇ ਆਪਾਂ, ਵੀ ਐਨ ਇਲੈਕਟੋਰਲ ਇਨ ਦ ਪਰਟੀਕੂਲਰ ਸਟੇਟ, ਉਹ ਉੱਥੇ ਵੀ ਇਲੈਕਟੋਰਲ ਹੋਣਾ ਚਾਹੀਦਾ। ਠੀਕ ਹੈ, was dispensed with in 2013। ठीक है, 2003 सॉरी,
इन 2006 ਜੇ ਆਪਾਂ ਗੱਲ ਕਰੀਏ ਦ ਸੁਪਰੀਮ ਕੋਰਟ ਅਪਹੈਲਡ ਦ ਕਨਸਟੀਟਿਊਸ਼ਨਲ ਵੈਲਿਡਿਟੀ ਆਫ ਦਿਸ ਚੇਂਜ, ਮਤਲਬ ਉਹਨੇ ਇਹਦੀ ਅਪਹੈਲਡ ਕਰ ਦਿੱਤੀ ਸੀ ਕਨਸਟੀਟਿਊਸ਼ਨਲ ਵੈਲਿਡਿਟੀ ਇਸ ਚੇਂਜ ਦੀ। ਹੀ ਮਸਟ ਬੀ ਅ ਮੈਂਬਰ ਆਫ ਸ਼ਡਿਊਲ ਕਾਸਟ, ਜੇ ਉਹਨੇ ਜਿੱਦਾਂ SC ST ਲਈ ਰਿਜ਼ਰਵ ਸੀਟਸ ਹੁੰਦੀਆਂ ਨਾ ਉਹਦੇ ਲਈ ਉਹ ਮੈਂਬਰ ਮਤਲਬ ਕਿ ਉਹ ਉਸ ਕਾਸਟ ਨੂੰ ਬਿਲੋਂਗ ਕਰਨਾ ਹੋਣਾ ਚਾਹੀਦਾ। ਹੀ ਮਸਟ ਬੀ ਮੈਂਬਰ ਆਫ ਸ਼ਡਿਊਲ ਕਾਸਟ ਜਾਂ ਸ਼ਡਿਊਲ ਟ੍ਰਾਈਬ ਇਨ ਐਨੀ ਸਟੇਟ ਔਰ ਯੂਨੀਅਨ ਟੈਰੀਟਰੀ ਇਫ ਹੀ ਵਾਂਟ ਟੂ ਕੰਟੈਸਟ ਅ ਸੀਟ ਰਿਜ਼ਰਵਡ ਫॉर them, ਮਤਲਬ ਜੇ ਉਹ ਰਿਜ਼ਰਵ ਸੀਟ ਲਈ ਖੜਾ ਹੋਣਾ ਚਾਹੁੰਦਾ ਹੈ, ਮਤਲਬ ਉਹਲੀ ਮੈਂ ਉੱਤੇ ਮੈਂਬਰ ਬਣਨਾ ਚਾਹੁੰਦਾ ਤਾਂ ਉਹ ਉਸ ਕਾਸਟ ਤੋਂ ਬਿਲੋਂਗ ਕਰਦਾ ਹੋਣਾ ਚਾਹੀਦਾ। ਹਾਊਐਵਰ ਨੰਬਰ ਆਫ ਸ਼ਡਿਊਲ ਕਾਸਟ ਔਰ ਸ਼ਡਿਊਲ ਟ੍ਰਾਈਬ ਕੈਨ ਬੀ ਆਲਸੋ ਕੰਟੈਸਟ, ਜ਼ਰੂਰੀ ਨਹੀਂ ਹੈਗਾ ਕਿ ਉਹਨੇ ਉਸੇ ਸੀਟ ਲਈ ਲੜਨਾ, ਉਹ ਜਿਹੜੀ ਉਹਲੀ ਰਿਜ਼ਰਵ ਨਹੀਂ ਹੈਗਾ ਉਹਦੇ ਲਈ ਵੀ ਉਹ ਕੰਟੈਸਟ ਕਰ ਸਕਦਾ ਹੈ। ਠੀਕ ਹੈ, ਸੋ ਸਿੰਪਲ ਹੈਗਾ, ਕੁਝ ਜ਼ਿਆਦਾ ਨਹੀਂ ਇਹਦੇ ਵਿੱਚ ਹੈਗਾ ਕਿ ਫਸਟ ਤਾਂ ਉਹਦਾ ਉੱਥੇ ਇਲੈਕਟਰਲ ਜਿਹੜਾ ਹੈਗਾ ਉਹਦੇ ਵਿੱਚ ਵੀ ਉਹਦਾ ਨਾਮ ਉੱਥੇ ਰਜਿਸਟਰਡ ਹੋਣਾ ਚਾਹੀਦਾ ਹੈ। ਠੀਕ ਹੈ, ਇਹ ਮੇਨ ਇਹ ਗੱਲ ਹੈਗਾ। ਬਟ 2006 ਦੇ ਵਿੱਚ ਸੁਪਰੀਮ ਕੋਰਟ ਨੇ ਇਹਨੂੰ ਅੱਗੇ ਅਪਹੈਲਡ ਕਰ ਦਿੱਤਾ ਕਨਸਟੀਟਿਊਸ਼ਨਲ ਵੈਲਿਡਿਟੀ ਆਫ ਦਿਸ ਚੇਂਜ ਨੂੰ। ਠੀਕ ਹੈ, ਐਂਡ ਉਸ ਤੋਂ ਬਾਅਦ ਹੈਗਾ ਜੇ SC ST ਲਈ ਉਹਨੇ ਲੜਨਾ ਹੈਗਾ ਤੇ ਉਹ ਉਸ ਕਾਸਟ ਤੋਂ ਬਿਲੋਂਗ ਹੋਣਾ ਚਾਹੀਦਾ ਹੈ। ਠੀਕ ਹੈ, ਹੁਣ ਆਪਾਂ ਕੁਛ MCQs ਦੇਖਦੇ ਹਾਂ। ਫਸਟ ਹੈਗਾ ਕੰਸੀਡਰ ਦ ਫੋਲੋਇੰਗ ਸਟੇਟਮੈਂਟ ਵਿਦ ਰਿਸਪੈਕਟ ਟੂ ਕੁਆਲੀਫਿਕੇਸ਼ਨ ਬਿਕਮ ਦਾ ਮੈਂਬਰ ਆਫ ਰਾਜ ਸਭਾ। ਪਹਿਲਾ ਕਿ ਉਹ ਐਟਲੀਸਟ 30 ਈਅਰ ਦੀ ਏਜ ਹੋਣੀ ਚਾਹੀਦੀ ਹੈ, ਬਿਲਕੁਲ ਸਹੀ, ਕਿ ਉਹ ਰਜਿਸਟਰ ਹੋਣਾ ਚਾਹੀਦਾ ਐਜ਼ ਅ ਵੋਟਰ ਔਨ ਦ ਲਿਸਟ ਆਫ ਦ ਵੋਟਰ ਇਨ ਦ ਸਟੇਟ। ਹੁਣੇ ਤਾਂ ਆਪਾਂ ਗੱਲ ਕੀਤੀ ਆ ਕਿ ਉੱਥੇ ਰਜਿਸਟਰ ਹੋਣਾ ਚਾਹੀਦਾ, ਨਾ ਮਤਲਬ ਜਿੱਥੇ ਉਹਨੇ ਲੜਨੀ ਹੈ ਸ਼ੁੱਡ ਬੀ ਰਜਿਸਟਰਡ ਐਜ਼ ਅ ਵੋਟਰ, ਐਜ਼ ਏ ਵੋਟਰ ਉੱਥੇ ਹੋਣਾ ਚਾਹੀਦਾ ਔਨ ਦੀ ਲਿਸਟ ਆਫ ਵੋਟਰਸ ਇਨ ਦੀ ਸਟੇਟ ਫਰੋਮ ਵਿਚ ਦ ਕੈਂਡੀਡੇਟ ਟੂ ਬੀ ਇਲੈਕਟਡ। ਹੁਣ ਜਿਸ ਸਟੇਟ ਤੋਂ ਲੜਨਾ ਹੈ ਨਾ ਉੱਥੇ ਉਹਦਾ ਵੋਟਰ ਨਾਮ ਲਿਸਟ 'ਚ ਹੋਣਾ ਚਾਹੀਦਾ, ਉਹੀ ਜੋ ਆਪਾਂ ਗੱਲ ਕਰਕੇ ਹਟੇ ਹਾਂ ਥਰਡ ਪੁਆਇੰਟ 'ਚ। ਸ਼ੁੱਡ ਨਾਟ ਅਪਹੋਲਡ ਦ ਆਫਿਸ ਆਫ ਪ੍ਰੋਫਿਟ, ਉਹਦਾ ਕੋਈ ਆਪਣਾ ਆਫਿਸ ਆਫ ਪ੍ਰੋਫਿਟ ਕੋਈ ਅਲੱਗ ਤੋਂ ਨਹੀਂ ਹੋਣਾ ਚਾਹੀਦਾ। ਇਹ ਧਿਆਨ ਰੱਖਣਾ, ਕੋਈ ਇਹ ਨਹੀਂ ਕਿ ਉਹ ਹੋਰ ਵੀ ਕੋਈ ਨਾਲ ਗਵਰਨਮੈਂਟ ਪਲੇਸ 'ਤੇ ਹੈਗਾ ਆ, ਸੋ ਇੱਦਾਂ ਨਹੀਂ ਹੋਣਾ ਚਾਹੀਦਾ। ਇਹ ਧਿਆਨ ਰੱਖਣਾ, ਇਹ ਪੁਆਇੰਟ ਤੁਸੀਂ ਐਡੀਸ਼ਨਲ ਨਾਲ ਇਹ ਹਰ ਇੱਕ ਜਗ੍ਹਾ ਇਹ ਪੁਆਇੰਟ ਬਾਰ-ਬਾਰ ਰਿਪੀਟ ਹੋਏਗਾ। ਇੱਥੇ ਤੁਸੀਂ ਚੈਪਟਰ ਕੰਪਲੀਟ ਕਰਨਾ ਇਹ ਬਾਰ-ਬਾਰ ਆਏਗਾ, ਸੋ ਆਏਗਾ ਆਪਸ਼ਨ ਨੰਬਰ D, ਫਸਟ, ਸੈਕਿੰਡ ਐਂਡ ਥਰਡ ਤਿੰਨੋਂ ਹੀ ਕਰੈਕਟ ਹੈਗੇ ਨੇ। ਨੈਕਸਟ ਹੈਗਾ ਵਟ ਇਜ਼ ਦ ਮਿਨੀਮਮ ਏਜ ਲੇ ਡਾਊਨ ਫॉर ਦ ਕੈਂਡੀਡੇਟ ਆਫ ਸਿਲੈਕਸ਼ਨ ਆਫ ਲੋਕ ਸਭਾ। ਤੁਸੀਂ ਮੈਨੂੰ ਆਂਸਰ ਦੱਸਿਓ ਲੋਕ ਸਭਾ ਦਾ ਮੈਂਬਰ ਲਈ ਮਿਨੀਮਮ ਏਜ ਕਿੰਨੀ ਹੋਣੀ ਚਾਹੀਦੀ ਹੈ। ਸਾਰੇ ਇੰਪੋਰਟੈਂਟ ਹੈ, ਈਜ਼ੀ ਆ, ਕੁਛ ਜ਼ਿਆਦਾ ਔਖਾ ਨਹੀਂ ਹੈਗਾ। ਮੇਨ ਪੁਆਇੰਟ ਮੈਂ ਤੁਹਾਨੂੰ ਦੱਸ ਦਿੰਦੀ, ਤੁਸੀਂ ਕੀ ਯਾਦ ਰੱਖਣਾ ਇਸ ਤੋਂ ਮੇਨ ਇਹ ਯਾਦ ਰੱਖਣਾ ਕਿ SC ST ਲਈ ਜੇ ਰਿਜ਼ਰਵ ਹੈਗੇ ਤਾਂ ਉੱਥੇ ਉਹਦਾ ਮੈਂਬਰ ਹੋਣਾ ਚਾਹੀਦਾ, ਕਿ ਦੂਸਰਾ ਜੋ ਨਹੀਂ ਵੀ ਹੈਗਾ ਉਸ ਤੋਂ ਤਾਂ ਮਤਲਬ ਕਿ ਦੂਸਰਾ ਜੇ SC ST ਕਲਾਸ ਤੋਂ ਬਿਲੋਂਗ ਕਰਦਾ ਦੂਸਰੀ ਸੀਟ ਲਈ ਵੀ ਜਿਹੜੀ ਰਿਜ਼ਰਵ ਨਹੀਂ ਹੈਗੀ ਉਹਲੇ ਵੀ ਉਹ ਖੜਾ ਹੋ ਸਕਦਾ ਹੈ। ਦੂਸਰਾ ਹੈਗਾ ਹੈ ਕਿ ਉਹਦਾ ਨਾਮ ਉੱਥੇ ਦੀ ਵੋਟਰ ਜੋ ਲਿਸਟ ਉਹਦੇ ਵਿੱਚ ਰਜਿਸਟਰ ਹੋਣਾ ਚਾਹੀਦਾ, ਉੱਥੇ ਦੇ ਇਲੈਕਟਰਲ ਦੇ ਵਿੱਚ ਨਾਮ ਉਹਦਾ ਰਜਿਸਟਰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਮੇਨ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਕੁਆਲੀਫਿਕੇਸ਼ਨ ਜਿਹੜੀ ਇੰਡੀਆ ਸਿਟੀਜ਼ਨ ਹੋਣਾ ਚਾਹੀਦਾ, ਐਂਡ ਏਜ ਬਹੁਤ ਇੰਪੋਰਟੈਂਟ ਹੈ, ਬਾਰ-ਬਾਰ ਪੁੱਛਿਆ ਜਾਂਦਾ ਤੇ ਕਿ ਆਥਰ ਆਫਰਮੇਸ਼ਨ ਨੂੰ ਕਿਸ ਪਰਸਨ ਸਾਹਮਣੇ ਆਉਂਦਾ ਜਿਹਨੂੰ ਆਥੋਰਾਈਜ਼ ਕੀਤਾ ਬਾਏ ਇਲੈਕਸ਼ਨ ਕਮਿਸ਼ਨ। ਸੋ ਇਸ ਵੀਡੀਓ ਵਿੱਚ ਇੰਨਾ ਹੀ ਰੱਖਦੇ ਹਾਂ, ਥੋੜ੍ਹਾ ਕਰਕੇ ਕਰਦੇ ਹਾਂ, ਨਾਲ ਨੋਟਸ ਪ੍ਰਿਪੇਅਰ ਕਰੀ ਜਾਓ, ਇੰਪੋਰਟੈਂਟ ਹੈਗਾ। ਥੈਂਕਸ ਫॉर ਵਾਚਿੰਗ ਦ ਵੀਡੀਓ।